ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਆਪ ਸਾਰਿਆਂ ਦਾ ਫਿਰ ਸਾਡੇ ਪ੍ਰੋਗਰਾਮ ਦੇ ਉੱਤੇ। ਤੇ ਨਾ ਆਪ ਨੂੰ ਪਤਾ ਹੀ ਹੈਗਾ ਆਲ ਅਬਾਊਟ ਦਾ ਇੰਟਰਨੈਸ਼ਨਲ ਰੋਡ ਟ੍ਰਿਪ ਬਾਏ ਦਾ ਟਰਬਨ ਟਰੈਵਲਰ। ਤੁਸੀਂ ਰੋਜ਼ ਵੇਖਦੇ ਹੈਗੇ ਹੋ। ਤੇ ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਜੇ ਤੁਹਾਡਾ ਖੁਦਾ ਨਾ ਖਾਸਤਾ ਵਾਹਿਗੁਰੂ ਨਾ ਕਰੇ ਗੱਡੀ ਦਾ ਐਕਸੀਡੈਂਟ ਹੋ ਜਾਏ ਬਾਹਰ ਦੇ ਮੁਲਕ 'ਚ, ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ। ਇਹ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ, ਇਸ ਕਰਕੇ ਇਹਨੂੰ ਐਂਡ ਤੱਕ ਜ਼ਰੂਰ ਵੇਖਿਓ ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਤੁਸੀਂ ਪਾਸ ਔਨ ਵੀ ਕਰੋ, ਸ਼ੇਅਰ ਵੀ ਕਰੋ, ਤਾਂ ਕਿ ਉਹਨਾਂ ਨੂੰ ਇਹਦਾ ਲਾਭ ਪਹੁੰਚੇ ਜਿਹੜਾ ਕਿ ਬਾਹਰ ਟਰੈਵਲ ਕਰਨਾ ਚਾਹੁੰਦੇ ਨੇ ਆਪਣੀ ਗੱਡੀ ਦੇ ਦੁਆਰਾ। ਤੇ ਹਾਲੇ ਤੱਕ ਜੇ ਤੁਸੀਂ ਸਾਡਾ ਪ੍ਰੋਗਰਾਮ ਤੇ ਸਾਡਾ YouTube ਚੈਨਲ ਜੇ ਸਬਸਕ੍ਰਾਈਬ ਨਾ ਕੀਤਾ ਹੋਵੇ ਤੇ ਪਲੀਜ਼ ਉਹਨਾਂ ਨੂੰ ਸਬਸਕ੍ਰਾਈਬ ਜਾ ਕੇ ਕਰੋ, ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਇਸ ਤਰ੍ਹਾਂ ਦੀ ਇੰਪੋਰਟੈਂਟ ਜਾਣਕਾਰੀਆਂ ਤੁਹਾਨੂੰ ਰੋਜ਼ ਮਿਲਦੀਆਂ ਰਹਿਣ। ਆਓ ਹੁਣ ਗੱਲ ਕਰਨੇ ਹੈਗੇ ਆ ਕਿ ਜੇ ਤੁਹਾਡੀ ਗੱਡੀ ਦਾ ਵਿਦੇਸ਼ ਜਾ ਕੇ ਕਿਤੇ ਐਕਸੀਡੈਂਟ ਹੋ ਜਾਂਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈਗਾ। ਐਕਸੀਡੈਂਟ ਦੋ ਤਰੀਕੇ ਦੇ ਹੁੰਦੇ ਨੇ, ਇੱਕ ਜਾਂ ਕਿ ਛੋਟਾ ਮੋਟਾ ਐਕਸੀਡੈਂਟ, ਤੁਹਾਡੀ ਗੱਡੀ ਕਿਸੇ ਨਾਲ ਠੁੱਕ ਗਈ, ਤੇ ਦੂਸਰਾ ਕੋਈ ਮੇਜਰ ਐਕਸੀਡੈਂਟ ਜਿਹਦੇ ਅੰਦਰ ਕੋਈ ਬੰਦਾ ਤੁਹਾਡੇ ਤੋਂ ਜਾਂ ਤੁਸੀਂ ਘਾਇਲ ਹੋ ਗਏ ਹੋ, ਤੇ ਉਸ ਸੂਰਤ ਵਿੱਚ ਕੀ ਕਰਨਾ ਚਾਹੀਦਾ ਹੈ। ਉਸ ਤੋਂ ਪਹਿਲੇ ਕਿ ਅਸੀਂ ਤੁਹਾਨੂੰ ਦੱਸੀਏ ਕਿ ਦੋਨੋਂ ਸੂਰਤਾਂ 'ਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਤੁਹਾਨੂੰ ਗੱਡੀ ਜਿਸ ਵਕਤ ਤੁਸੀਂ ਆਪਣੀ ਗੱਡੀ ਸਟਾਰਟ ਕਰੋ ਕਿਸੇ ਵੀ ਜਰਨੀ ਤੇ ਜਾਣ ਦੇ ਵਾਸਤੇ, ਤੁਹਾਨੂੰ ਦੋ ਇੰਪੋਰਟੈਂਟ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਪਹਿਲੀ, ਜਿਸ ਹਾਈਵੇ ਤੇ ਤੁਸੀਂ ਜਾਓ ਉੱਥੇ ਰੋਡ ਅਸਿਸਟੈਂਸ ਦੇ ਨੰਬਰ ਲਿਖੇ ਹੁੰਦੇ ਨੇ, ਉਹ ਨੰਬਰ ਜ਼ਰੂਰ ਨੋਟ ਕਰੋ। ਜੇ ਨਾ ਲਿਖਿਆ ਹੋਵੇ ਤਾਂ ਗੂਗਲ ਤੋਂ ਪਤਾ ਕਰ ਲਓ। ਉਹ ਤੁਹਾਡੇ ਵਾਸਤੇ ਬੜਾ ਜ਼ਰੂਰੀ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਘਟਨਾ ਹੋਵੇ ਤਾਂ ਤੁਸੀਂ ਪੁਲਿਸ ਨੂੰ ਇਨਫੋਰਮ ਕਰਨਾ ਹੁੰਦਾ ਹੈ। ਦੂਜਾ, ਤੁਹਾਡੀ ਇੰਸ਼ੋਰੈਂਸ ਜਿਹੜੀ ਹੈਗੀ, ਤੁਹਾਡੀ ਇੰਸ਼ੋਰੈਂਸ ਦੇ ਉੱਤੇ ਇੱਕ ਨੰਬਰ ਲਿਖਿਆ ਹੁੰਦਾ ਹੈ ਏਜੰਟ ਦਾ, ਕਿ ਅਗਰ ਕੋਈ ਐਸਾ ਦੁਰਘਟਨਾ ਹੋਵੇ, ਕੋਈ ਐਕਸੀਡੈਂਟ ਹੋਵੇ ਤਾਂ ਤੁਸੀਂ ਉਸ ਏਜੰਟ ਨੂੰ ਇਨਫੋਰਮ ਕਰਕੇ ਦੱਸਣਾ ਹੁੰਦਾ ਹੈਗਾ। ਸੋ ਇਹ ਦੋਨੋਂ ਚੀਜ਼ਾਂ ਆਪਣੇ ਕੋਲ ਹੈਂਡੀ ਰੱਖੋ। ਫਿਰ ਜੇ ਕੋਈ ਐਸਾ ਐਕਸੀਡੈਂਟ ਹੋ ਜਾਂਦਾ ਹੈ ਤੇ ਫਿਰ ਤੁਹਾਨੂੰ ਕੀ ਕਰਨਾ, ਆਓ ਤੁਹਾਨੂੰ ਦੱਸਣੇ ਹੈਗੇ। ਜੇ ਕੋਈ ਛੋਟੀ ਮੋਟੀ ਸੱਟ ਵੱਜੀ ਹੋਵੇ, ਕਿਸੇ ਦੀ ਗੱਡੀ ਨਾਲ ਟਕਰਾ ਗਈ ਹੋਵੇ, ਭਾਵੇਂ ਗਲਤੀ ਉਹਦੀ ਹੋਵੇ ਜਾਂ ਗਲਤੀ ਤੁਹਾਡੀ ਹੋਵੇ, ਨੰਬਰ 1 ਇਹ ਯਾਦ ਰੱਖਣਾ ਕਿ ਤੁਸੀਂ ਬਹਿਸ ਨਹੀਂ ਕਰਨੀ। ਇਹ ਨਹੀਂ ਕਿ ਇੱਥੋਂ ਦੇਖ ਲਵਾਂਗੇ, ਕਰ ਲਵਾਂਗੇ, ਇਹ ਹੋ ਜਾਏਗਾ, ਉਹ ਹੋ ਜਾਏਗਾ, ਉਹ ਤੁਸੀਂ ਬਿਲਕੁਲ ਨਹੀਂ ਕਰਨਾ ਹੈਗਾ। ਜਦ ਕਿ ਐਸਾ ਕਰਨ ਵਾਲੇ ਬੰਦੇ ਉੱਥੇ ਵੀ ਬਤੇਰੇ ਨੇ, ਉਹ ਵੀ ਬਾਹਰ ਨਿਕਲ ਕੇ ਤੇ ਬਾਹਾਂ ਚੜਾ ਕੇ ਆ ਜਾਣਗੇ ਜੀ ਇਹ ਤੇ ਉਹ। ਤੁਸੀਂ ਗੱਡੀਆਂ ਬਾਹਰ ਨਹੀਂ ਨਿਕਲਣਾ ਹੈਗਾ ਤੇ ਐਸੀ ਕੋਈ ਨੌਬਤ ਵਿੱਚ ਨਹੀਂ ਫਸਣਾ ਹੈਗਾ ਜਿਹਦੇ ਅੰਦਰ ਕੋਈ ਗਰਮਾ ਗਰਮੀ ਹੋ ਜਾਏ। ਤੇ ਜੋ ਬੰਦਾ ਰੀਜ਼ਨੇਬਲ ਹੈਗਾ, ਤੁਸੀਂ ਵੀ ਕੋਈ ਜ਼ਿਆਦਾ ਚੋਟ ਕਿਸੇ ਨੂੰ ਨਹੀਂ ਆਈ ਹੈਗੀ ਤੇ ਛੋਟਾ ਮੋਟਾ ਐਕਸੀਡੈਂਟ ਹੋਇਆ ਹੈ, ਤੁਸੀਂ ਬਾਹਰ ਨਿਕਲ ਕੇ ਸੌਰੀ ਕਹਿ ਸਕਦੇ ਹੈਗੇ, ਉਹ ਵੀ ਤੁਹਾਨੂੰ ਸੌਰੀ ਬੋਲ ਸਕਦਾ ਹੈਗਾ। ਸਭ ਤੋਂ ਪਹਿਲੀ ਚੀਜ਼ ਤੁਸੀਂ ਇਹ ਕਰਨੀ ਹੈ ਕਿ ਤੁਸੀਂ ਉਹਨਾਂ ਕੋਲ ਆਪਣੀ ਇੰਸ਼ੋਰੈਂਸ, ਉਹਦੀ ਇੰਸ਼ੋਰੈਂਸ ਮੰਗ ਸਕਦੇ ਹੋ, ਉਹ ਤੁਹਾਡੀ ਇੰਸ਼ੋਰੈਂਸ ਮੰਗੇਗਾ, ਉਹਦੀ ਫੋਟੋ ਖਿੱਚ ਲਓ, ਇੰਸ਼ੋਰੈਂਸ ਦੇ ਕਾਗਜ਼ ਜਿਹੜੇ ਨੇ ਉਹ ਸ਼ੇਅਰ ਕਰੋ, ਉਹਦੀ ਗੱਡੀ ਦੇ ਆਰਸੀ ਦਾ ਸ਼ੇਅਰ ਕਰੋ, ਜਿਹੜਾ ਤੁਹਾਡੀ ਆਰਸੀ ਤੇ ਤੁਹਾਡਾ ਨੰਬਰ ਤੇ ਤੁਹਾਡਾ ਨਾਂ ਲਿਖਿਆ ਹੁੰਦਾ ਹੈ, ਉਹਦੀ ਆਰਸੀ ਤੇ ਉਹਦਾ ਐਡਰੈਸ ਤੇ ਉਹਦਾ ਨਾਂ ਲਿਖਿਆ ਹੋਏਗਾ, ਉਹ ਕਰ ਲਓ। ਨਾਲ ਉੱਥੇ ਜਿਹੜੇ ਕੋਈ ਬੰਦੇ ਅਗਰ ਖਲੋਤੇ ਨੇ ਤੇ ਉਹਨਾਂ ਦਾ ਐਡਰੈਸ ਨੋਟ ਕਰ ਲਓ, ਉਹਨਾਂ ਦਾ ਨਾਂ ਲੈ ਲਓ ਤੇ ਫੋਟੋ ਜ਼ਰੂਰ ਲੈ ਲਓ, ਠੀਕ ਹੈ। ਫੋਟੋ ਲੇਕਿਨ ਬਿਨਾਂ ਉਹਨਾਂ ਤੋਂ ਪੁੱਛੇ ਤੁਸੀਂ ਨਹੀਂ ਲੈਣੀ, ਉਹ ਪੁੱਛ ਕੇ ਤੁਸੀਂ ਫੋਟੋ ਲਓ ਤੇ ਨਾਲ ਹੀ ਪੁਲਿਸ ਨੂੰ ਇਨਫੋਰਮ ਕਰ ਦਿਓ ਤੇ ਇੰਸ਼ੋਰੈਂਸ ਕੰਪਨੀ ਨੂੰ ਇਨਫੋਰਮ ਕਰ ਦਿਓ, ਤਾਂ ਕਿ ਪੁਲਿਸ ਵੀ ਆ ਜਾਵੇ ਤੇ ਇੰਸ਼ੋਰੈਂਸ ਕੰਪਨੀ ਵਾਲੇ ਵੀ ਆ ਜਾਣ। ਹੁਣ ਜੇ ਕੋਈ ਵੱਡਾ ਐਕਸੀਡੈਂਟ ਹੋ ਜਾਏ ਫਿਰ ਤੁਸੀਂ ਕੀ ਕਰਨਾ ਹੈ, ਤੇ ਉਹ ਐਕਸੀਡੈਂਟ ਤੁਹਾਡਾ ਹਾਈਵੇ ਦੇ ਉੱਤੇ ਹੋ ਗਿਆ, ਤੇ ਸਭ ਤੋਂ ਪਹਿਲੇ ਇਹ ਚੀਜ਼ ਅਸੂਲ ਹੈ ਯਾਦ ਰੱਖਣਾ ਕਿ ਜਦ ਵੀ ਕੋਈ ਹਾਈਵੇ ਦੇ ਉੱਤੇ ਐਸਾ ਐਕਸੀਡੈਂਟ ਹੁੰਦਾ ਹੈ, ਤੁਸੀਂ ਗੱਡੀ ਤੋਂ ਬਾਹਰ ਨਹੀਂ ਨਿਕਲਣਾ, ਕਿਉਂਕਿ ਚੱਲਦਾ ਹੋਇਆ ਹਾਈਵੇ ਹੁੰਦਾ ਹੈ, ਕੋਈ ਵੀ ਬੰਦਾ ਤੁਹਾਨੂੰ ਆ ਕੇ ਉੱਥੋਂ ਸੱਟ ਮਾਰ ਸਕਦਾ ਹੈ, ਗੱਡੀ ਉਡਾ ਸਕਦਾ ਹੈ ਤੁਹਾਡੀ। ਇਸ ਕਰਕੇ ਗੱਡੀ ਤੋਂ ਤੁਸੀਂ ਬਾਹਰ ਨਹੀਂ ਨਿਕਲਣਾ ਹੈਗਾ। ਤੇ ਨਾਲ ਇਹ ਵੇਖਣਾ ਹੈਗਾ ਕਿ ਤੁਹਾਡੀ ਗੱਡੀ ਵਿੱਚ ਕਿਸੇ ਨੂੰ ਚੋਟ ਤੇ ਨਹੀਂ ਲੱਗੀ, ਤੇ ਪਰਾਈ ਗੱਡੀ ਦੇ ਅੰਦਰ ਜਿਹਦੇ ਨਾਲ ਤੁਹਾਡਾ ਐਕਸੀਡੈਂਟ ਵੱਜਿਆ ਹੈਗਾ ਉੱਥੇ ਕਿਸੇ ਨੂੰ ਚੋਟ ਤੇ ਨਹੀਂ ਵੱਜੀ, ਜਾਂ ਗੱਡੀ ਤੁਹਾਡੀ ਵੈਸੇ ਹੀ ਕਿਸੇ ਹੋਰ ਗੱਡੀ ਨਾਲ ਨਹੀਂ ਟਕਰਾਈ ਤੇ ਕਿਤੇ ਜਾ ਕੇ ਹੋਰ ਐਕਸੀਡੈਂਟ ਹੋ ਜਾਂਦਾ, ਕਿਤੇ ਕਿਸੇ ਪੇੜ ਦੀ ਵੱਜ ਜਾਂਦੀ ਹੈ, ਕਿਤੇ ਹੋਰ ਸੱਟ ਵੱਜ ਜਾਂਦੀ ਹੈ, ਜਾਂ ਚਲਦੇ ਚਲਦੇ ਟਾਇਰ ਪੰਚਰ ਹੋ ਜਾਂਦਾ, ਉਹਦੇ ਕਰਕੇ ਵੀ ਕਦੀ ਐਕਸੀਡੈਂਟ ਹੋ ਜਾਂਦੇ ਨੇ। ਜਿਸ ਤਰ੍ਹਾਂ ਸਾਡਾ ਹੋਇਆ ਸੀ, ਸਾਡੀ ਗੱਡੀ ਦਾ ਪਿਛਲਾ ਟਾਇਰ ਬਸਟ ਹੋ ਗਿਆ ਤੇ ਗੱਡੀ ਐਨ ਸਪਿਨ ਕਰਕੇ ਬਿਲਕੁਲ ਖਾਈ ਦੇ ਨੇੜੇ ਜਾ ਕੇ ਰੁਕ ਗਈ, ਡਿੱਗਦੇ ਬੱਚੀ। ਸੋ ਜਿਸ ਕਿਸਮ ਦਾ ਵੀ ਐਕਸੀਡੈਂਟ ਹੋਵੇ, ਜੇ ਮੇਜਰ ਐਕਸੀਡੈਂਟ ਹੈਗੇ ਜਾਂ ਤੁਹਾਡੀ ਗੱਡੀ ਕਿਸੇ ਹੋਰ ਨਾਲ ਵੱਜੀ ਹੋਵੇ, ਜਾਂ ਕੋਈ ਤੁਹਾਡੀ ਗੱਡੀ ਤੋਂ ਕੋਈ ਬੰਦਾ ਪੈਦਲ ਜਾ ਰਿਹਾ ਹੈ ਉਹ ਥੱਲੇ ਆ ਗਿਆ, ਜਾਂ ਕੋਈ ਹੋਰ ਗੱਡੀ ਨਾਲ ਕਿਸੇ ਤੁਹਾਡੀ ਗੱਡੀ ਵੱਜ ਗਈ, ਤੇ ਉਸ ਸੂਰਤ ਵਿੱਚ ਤੁਸੀਂ ਪੁਲਿਸ ਨੂੰ ਜ਼ਰੂਰ ਇਨਫੋਰਮ ਕਰਨਾ ਹੈਗਾ। ਜੇ ਗੱਡੀ ਦੇ ਡੈਮੇਜ ਜ਼ਿਆਦਾ ਹੈਗਾ ਤੇ ਇੰਸ਼ੋਰੈਂਸ ਕੰਪਨੀ ਨੂੰ ਜ਼ਰੂਰ ਇਨਫੋਰਮ ਕਰਨਾ ਹੈਗਾ। ਸੋ ਇਹ ਮਹੱਤਵਪੂਰਨ ਚੀਜ਼ਾਂ ਨੇ। ਤੇ ਇੱਕ ਹੋਰ ਬੜੀ ਮਹੱਤਵਪੂਰਨ ਚੀਜ਼ ਹੈਗੀ ਜਿਹੜੀ ਕਿ ਅਸੀਂ ਅਮੂਮਨ ਗਲਤੀ ਕਰ ਜਾਂਦੇ ਹੈਗੇ ਹਾਂ ਭਾਵੁਕਤਾ ਵਿੱਚ ਆ ਕੇ ਜਾਂ ਮਾਨਵਤਾ ਦੇ ਲਿਹਾਜ਼ ਨਾਲ, ਕਿ ਗੱਡੀ ਨਾਲ ਕੋਈ ਤੁਹਾਡਾ ਬੰਦਾ ਸੱਟ ਵੱਜ ਗਈ ਤਾਂ ਅਸੀਂ ਜਾ ਕੇ ਫਟਾਫਟ ਉਹਨੂੰ ਚੁੱਕਣ ਦੀ ਕੋਸ਼ਿਸ਼ ਕਰਨੇ ਆ, ਜਾਂ ਸੜਕ 'ਤੇ ਅਸੀਂ ਦੇਖਦੇ ਹੈਗੇ ਹਾਂ ਕਿ ਕੋਈ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਹੈਗਾ ਤਾਂ ਅਸੀਂ ਆਪਣੀ ਗੱਡੀ ਰੋਕ ਕੇ ਜਾ ਕੇ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕਰਨੇ ਹੈਗੇ। ਉੱਥੇ ਤੁਸੀਂ ਮਦਦ ਕਰਨ ਦੀ ਕੋਸ਼ਿਸ਼ ਕਰੋਗੇ ਤੁਸੀਂ ਪੁੱਠੇ ਪੈ ਜਾਓਗੇ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਉਸ ਨੂੰ ਕਿਸ ਕਿਸਮ ਦੀ ਚੋਟ ਲੱਗੀ ਹੈਗੀ। ਖੁਦਾ ਨਾ ਖਾਸਤਾ ਜੇ ਇੱਥੇ ਉਹਦੀ ਗਰਦਨ ਦੀ ਚੋਟ ਲੱਗੀ ਹੋਵੇ ਤੇ ਤੁਸੀਂ ਉਹਨੂੰ ਚੁੱਕਿਆ ਤੇ ਉਹਦੀ ਗਰਦਨ ਮੁੜ ਗਈ ਤੇ ਟੁੱਟ ਗਈ, ਤੇ ਉਹ ਪੁੱਠਾ ਤੁਹਾਡੇ ਤੇ ਕੇਸ ਕਰ ਸਕਦਾ ਹੈਗਾ। ਇਸ ਕਰਕੇ
ਅਗਰ ਐਸੀ ਤੁਸੀਂ ਕਿਸੇ ਕਿਸਮ ਦੀ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ, ਭਾਵੇਂ ਤੁਹਾਡੇ ਕੋਲ ਐਕਸੀਡੈਂਟ ਹੋਇਆ ਹੋਵੇ ਜਾਂ ਕਿਸੇ ਹੋਰ ਦਾ ਉੱਥੇ ਐਕਸੀਡੈਂਟ ਹੋਇਆ ਹੋਵੇ ਤੇ ਤੁਸੀਂ ਤੇ ਗੱਡੀ ਰੋਕਦੇ ਹੈਗੇ ਹੋ, ਤੇ ਤੁਸੀਂ ਪੁਲਿਸ ਨੂੰ ਫੋਨ ਕਰ ਸਕਦੇ ਹੈਗੇ ਹੋ, ਐਂਬੂਲੈਂਸ ਨੂੰ ਫੋਨ ਕਰ ਸਕਦੇ ਹੈਗੇ ਹੋ, ਤੇ ਉੱਥੇ ਖੜੇ ਹੋ ਸਕਦੇ ਹੋ ਥੋੜੀ ਦੇਰ ਤੱਕ ਜਦ ਤੱਕ ਕਿ ਪੁਲਿਸ ਨਹੀਂ ਆਉਂਦੀ। ਲੇਕਿਨ ਤੁਸੀਂ ਉਸ ਬੰਦਿਆਂ ਨੂੰ ਛੇੜ ਨਹੀਂ ਸਕਦੇ, ਹਿਲਾ ਨਹੀਂ ਸਕਦੇ, ਕਿਉਂਕਿ ਉਹਦੇ ਨਾਲ ਕੰਮ ਪੁੱਠਾ ਹੋ ਸਕਦਾ ਹੈਗਾ। ਤੇ ਇਸ ਕਰਕੇ ਇਹ ਬਹੁਤ ਇੰਪੋਰਟੈਂਟ ਪੁਆਇੰਟ ਜੇ, ਇਹਨੂੰ ਬੜਾ ਧਿਆਨ ਰੱਖਣਾ ਹੈਗਾ। ਤੇ ਸਭ ਤੋਂ ਇੰਪੋਰਟੈਂਟ ਗੱਲ ਤਾਂ ਇਹ ਹੈਗੀ ਕਿ ਗੱਡੀ ਆਰਾਮ ਨਾਲ ਚਲਾਓ ਤੇ ਐਕਸੀਡੈਂਟ ਨਾ ਹੋਏ ਐਸੀ ਕੋਸ਼ਿਸ਼ ਕਰੋ। ਪਰ ਜਿਸ ਵਕਤ ਐਕਸੀਡੈਂਟ ਹੁੰਦੇ ਨੇ ਉਹ ਪੁੱਛ ਕੇ ਨਹੀਂ ਹੁੰਦੇ, ਤੇ ਨਾ ਹੀ ਜ਼ਰੂਰੀ ਹੁੰਦਾ ਹੈ ਕਿ ਉਹ ਹਮੇਸ਼ਾ ਤੁਹਾਡੀ ਗਲਤੀ ਦੀ ਵਜ੍ਹਾ ਨਾਲ ਹੋਣ। ਕਦੀ ਕਦੀ ਦੂਜੇ ਦੀ ਗਲਤੀ ਨਾਲ ਵੀ ਐਕਸੀਡੈਂਟ ਹੋ ਜਾਂਦੇ ਨੇ। ਕਦੀ ਕਦੀ ਐਕਸੀਡੈਂਟ ਐਸਾ ਵੀ ਹੋ ਜਾਂਦੇ ਨੇ, ਗੱਡੀ ਵੈਸੇ ਹੀ ਕੁਝ ਖਰਾਬ ਹੋ ਗਈ, ਜਿੱਦਾਂ ਟਾਇਰ ਪੰਚਰ ਹੋ ਗਿਆ, ਕੁਝ ਹੋਰ ਹੋ ਗਿਆ, ਤੇ ਗੱਡੀ ਚਲਦੀ ਗੱਡੀ ਪਲਟ ਜਾਂਦੀ ਹੈਗੀ। ਬਹੁਤ ਸਾਰੀ ਐਸੀ ਸਿਚੁਏਸ਼ਨਸ ਹੁੰਦੀਆਂ ਨੇ। ਵਾਹਿਗੁਰੂ ਨਾ ਕਰੇ ਕਿਸੇ ਨਾਲ ਐਸਾ ਹੋਵੇ, ਤੇ ਜੇ ਖੁਦਾ ਨਾ ਖਾਸਤਾ ਕੁਝ ਹੋ ਜਾਵੇ, ਤੇ ਜਿਹੜੀ ਗੱਲਾਂ ਮੈਂ ਤੁਹਾਨੂੰ ਦੱਸਿਆ ਨੇ ਉਹਨਾਂ ਸਾਰੀ ਗੱਲਾਂ ਦਾ ਧਿਆਨ ਰੱਖੋ। ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਸਾਰੀ ਗੱਲਾਂ ਦਾ ਧਿਆਨ ਰੱਖੋਗੇ ਤੇ ਤੁਹਾਡੀ ਪਰੇਸ਼ਾਨੀ ਕਾਫੀ ਹੱਦ ਤੱਕ ਦੂਰ ਹੋ ਸਕਦੀ ਹੈ, ਕਿ ਤੁਹਾਨੂੰ ਪਤਾ ਹੈਗਾ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਸੋ ਉਮੀਦ ਕਰਨਾ ਕਿ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜਿਹੜੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਦਿੱਤੀ ਹੈਗੀ ਇਹ ਤੁਹਾਡੇ ਸੇ ਲਾਭਦਾਇਕ ਹੋਏਗੀ। ਤੇ ਜੇ ਲਾਭਦਾਇਕ ਹੈਗੀ ਤਾਂ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਹਨੂੰ ਸ਼ੇਅਰ ਕਰੋ, ਤਾਂ ਕਿ ਜਿਹੜੇ ਵੀ ਬੰਦੇ ਜਾਣ ਬਾਹਰ ਉਹ ਇਸ ਚੀਜ਼ ਦਾ ਖਿਆਲ ਰੱਖਣ। ਤੇ ਕੱਲ੍ਹ ਅਸੀਂ ਆਪ ਜੀ ਨੂੰ ਫਿਰ ਮਿਲਾਂਗੇ ਤੇ ਇੱਕ ਨਵੇਂ ਐਪੀਸੋਡ ਵਿੱਚ ਇੱਕ ਨਵੇਂ ਸਬਜੈਕਟ ਨੂੰ ਲੈ ਕੇ, ਜਿਹੜਾ ਤੁਹਾਨੂੰ ਹੋਰ ਕੁਝ ਜਾਣਕਾਰੀ ਦੇ ਕੇ ਜਾਏਗਾ। ਤਦ ਤੱਕ ਤੁਸੀਂ ਇਸ ਤਰ੍ਹਾਂ ਆਪਣਾ ਪਿਆਰ ਬਣਾਈ ਰੱਖੋ ਤੇ ਬਣੇ ਰਹੋ ਸਾਡੇ ਨਾਲ, ਤੇ ਵੇਖਦੇ ਰਹੋ ਸਾਡਾ ਪ੍ਰੋਗਰਾਮ ਆਲ ਅਬਾਊਟ ਦ ਇੰਟਰਨੈਸ਼ਨਲ ਰੋਡ ਟ੍ਰਿਪ ਬਾਏ ਦ ਟਰਬਨ ਟਰੈਵਲਰ। ਤੇ ਕੱਲ੍ਹ ਆਪ ਜੀ ਨੂੰ ਫਿਰ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।